ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੁਆਰਾ ਰਚਿਤ ਕਿੱਸਾ ਸੱਸੀ ਪੁੰਨੂ ਦੇ ਅੰਤਿਮ ਭਾਗ 8 ਦੀ ਵਿਆਖਿਆ ਕਰਨ ਜਾ ਰਹੇ ਹਾਂ। ਪਿਛਲੇ 7ਵੇਂ ਭਾਗ ਦੇ ਵਿੱਚ ਅਸੀਂ ਚਰਚਾ ਕੀਤਾ ਸੀ ਕਿ ਕਿਸ ਤਰ੍ਹਾਂ ਜਦ ਸੱਸੀ ਪੁੰਨੂ ਦੀ ਭਾਲ ਦੇ ਵਿੱਚ ਪਰੇਸ਼ਾਨ ਹੋ ਕੇ ਅੰਤ ਉਸ ਮਰੁਸਥਲ ਦੀਆਂ ਦੁਸ਼ਵਾਰੀਆਂ ਨੂੰ ਨਾ ਸਹਿੰਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਬਾਜੀ ਲਾ ਜਾਂਦੀ ਹੈ, ਤਾਂ ਉਸ ਮਰੁਸਥਲ ਦੇ ਵਿੱਚ ਭੇਡਾਂ ਚਰਾਉਣ ਵਾਲਾ ਅਯਾਲੀ ਜਾਂ ਆਜੜੀ ਜੋ ਸੀ, ਉਹ ਉਸ ਨੂੰ ਜੋ ਹੈ ਅੰਤਿਮ ਜੋ ਰਸਮਾਂ ਹਨ ਉਸ ਦੀਆਂ ਨਿਭਾਉਂਦਿਆਂ ਹੋਇਆਂ ਉਸ ਨੂੰ ਕਬਰ ਦੇ ਹਵਾਲੇ ਕਰ ਦਿੰਦਾ ਹੈ। ਅਤੇ ਉਸ ਤੋਂ ਬਾਅਦ ਜੋ ਸੱਸੀ ਦੀ ਮੌਤ ਤੋਂ ਬਾਅਦ ਸਰੀਰ ਦੇ ਵਿੱਚੋਂ ਉਸ ਦਾ ਆਤਮਾ ਰੂਪੀ ਹੰਸ ਜੋ ਹੈ ਨਿਕਲ ਕੇ ਕਿਵੇਂ ਔਰ ਕਿਹੜੇ ਪਾਸੇ ਨੂੰ ਉਡਾਰੀ ਮਾਰਦਾ ਹੈ, ਇਸ ਦੇ ਬਾਰੇ ਕਵੀ ਹਾਸ਼ਮ ਨੇ ਲਿਖਿਆ ਹੈ ਕਿ ਉੱਡਿਆ ਰੂਹ ਸੱਸੀ ਦੇ ਤਨ ਤੋਂ ਫਿਰ ਪੁੰਨੂ ਵੱਲ ਧਾਇਆ। ਭਾਵ ਸਰੀਰਕ ਰੂਪ ਦੇ ਵਿੱਚ ਜੇਕਰ ਸੱਸੀ ਪੁੰਨੂ ਨੂੰ ਜੋ ਹੈ ਪ੍ਰਾਪਤ ਨਹੀਂ ਸੀ ਕਰ ਸਕੀ, ਤਾਂ ਸੱਸੀ ਦੀ ਦੇਹ ਜਾਂ ਸਰੀਰ ਦੇ ਵਿੱਚੋਂ ਜੋ ਹੈ ਉਸ ਦੀ ਆਤਮਾ ਰੂਪੀ ਹੰਸ ਨਿਕਲ ਕੇ ਪੁੰਨੂ ਵੱਲ ਨੂੰ ਚਾਲੇ ਪਾ ਦਿੰਦਾ ਹੈ। ਉੱਡਿਆ ਰੂਹ ਭਾਵ ਸੱਸੀ ਦੀ ਆਤਮਾ ਸੱਸੀ ਦੇ ਤਨ ਦੇ ਵਿੱਚੋਂ ਨਿਕਲ ਕੇ ਫਿਰ ਪੁੰਨੂ ਵੱਲ ਧਾਇਆ। ਫਿਰ ਉਹ ਪੁੰਨੂ ਵੱਲ ਨੂੰ ਜੋ ਹੈ ਵੱਧਦਾ ਹੈ, ਭੱਜਦਾ ਹੈ। ਮਹਿਮਲ ਮਸਤ ਬੇਹੋਸ਼ ਪੁੰਨੂ ਨੂੰ ਸੁਫਨੇ ਜਾਏ ਜਗਾਇਆ। ਉਸਨੇ ਪਾਲਕੀ ਦੇ ਵਿੱਚ ਮਹਿਮਲ ਭਾਵ ਪਾਲਕੀ ਦੇ ਵਿੱਚ ਮਸਤ ਬੇਹੋਸ਼ੀ ਦੇ ਆਲਮ ਦੇ ਵਿੱਚ ਪੁੱਜੇ ਪੁੰਨੂ ਨੂੰ ਜੋ ਹੈ ਸੁਪਨੇ ਦੇ ਵਿੱਚ ਜਾ ਕੇ ਝੰਜੋੜਿਆ ਜਾਂ ਜਗਾਇਆ, ਜਾਗਰੂਕ ਕੀਤਾ, ਉਸ ਨੂੰ ਸੰਦੇਸ਼ ਦਿੱਤਾ। ਲੈ ਹੁਣ ਯਾਰ ਅਸਾਂ ਸੰਗ ਤੇਰੇ ਕੌਲ ਕਰਾਰ ਨਿਭਾਇਆ ਕਿ ਹੇ ਪ੍ਰੀਤਮ ਪਿਆਰੇ, ਅਸਾਂ ਜੋ ਹੈ ਤੈਨੂੰ ਜਿਉਂਦੇ ਜੀ ਤੇਰੇ ਮਿਲਣ ਦੀਆਂ ਜਾਂ ਤੈਨੂੰ ਪ੍ਰਾਪਤ ਕਰਨ ਦੀਆਂ ਜੋ ਕਸਮਾਂ ਮਨ ਹੀ ਮਨ ਖਾਧੀਆਂ ਸਨ, ਉਹ ਕੌਲ ਉਹ ਇਕਰਾਰ ਜਿਹੜੇ ਨੇ ਉਹ ਨਿਭਾ ਦਿੱਤੇ ਨੇ। ਉਹ ਆਪਣੇ ਮਨ ਨਾਲ ਕੀਤਾ ਹੋਇਆ ਵਾਅਦਾ ਜੋ ਸੀ ਉਹ ਨਿਭਾ ਦਿੱਤਾ ਹੈ ਕਿ ਜਿਉਂਦੇ ਜੀ ਪੁੰਨੂ ਤੋਂ ਬਗੈਰ ਜੋ ਹੈ ਕਿਸੇ ਹੋਰ ਨੂੰ ਸਵੀਕਾਰ ਨਹੀਂ ਕਰਨਾ। ਇਹ ਉਸ ਦਾ ਸੰਕਲਪ ਸੀ। ਹਾਸ਼ਮ ਰਹੀ ਸੱਸੀ ਵਿੱਚ ਥਲਦੇ ਮੈਂ ਰੁਖਸਤ ਲੈਣੇ ਆਇਆ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਦੀ ਰੂਹ ਦੇ ਭਾਵ ਉਸ ਦੀ ਆਤਮਾ ਜੋ ਹੈ ਪੁੰਨੂ ਨੂੰ ਸੁਪਨੇ ਦੇ ਵਿੱਚ ਦੀਦਾਰ ਦੇ ਕੇ ਉਸ ਨੂੰ ਦੱਸ ਰਹੀ ਹੈ ਕਿ ਸੱਸੀ ਮਰੁਸਥਲ ਦੇ ਵਿੱਚ ਦੇਹ ਰੂਪ ਦੇ ਵਿੱਚ ਮਰੁਸਥਲ ਦੇ ਵਿੱਚ ਜੋ ਹੈ ਕਬਰ ਵਿੱਚ ਸਮਾ ਗਈ ਹੈ, ਡਿੱਗੀ ਪਈ ਹੈ। ਮੈਂ ਰੁਖਸਤ ਲੈਣੇ ਆਇਆ ਔਰ ਮੈਂ ਉਸ ਤੋਂ ਦੀ ਕਬਰ ਆਤਮਾ ਜਿਹੜੀ ਹੈ ਉਸ ਦੇ ਸਰੀਰ ਦੇ ਵਿੱਚੋਂ ਲੈ ਕੇ ਅੰਤਿਮ ਵੇਲੇ ਤੇਰੇ ਤੋਂ ਰੁਖਸਤ ਲੈਣ ਦੇ ਲਈ, ਤੇਰੇ ਤੋਂ ਇਜਾਜ਼ਤ ਲੈਣ ਦੇ ਲਈ ਤੇਰੇ ਦਰ 'ਤੇ ਪੁੱਜੀ ਹਾਂ। ਤਿਸ ਦਮ ਮੋੜ ਕਰਹੇ ਨੂੰ ਤੁਰਿਆ ਫਿਰ ਸੱਸੀ ਵੱਲ ਮੁੜਿਆ। ਉਸੇ ਵਕਤ ਜਦ ਪੁੰਨੂ ਨੂੰ ਹੋਸ਼ ਆ ਜਾਂਦੀ ਹੈ ਅਤੇ ਉੱਠਦਿਆਂ ਸਾਰ ਆਪਣੇ ਊਠ ਨੂੰ ਜੋ ਹੈ ਉਹ ਵਾਪਸ ਮੋੜ ਲੈਂਦਾ ਹੈ। ਕਿੱਧਰ ਨੂੰ? ਸੱਸੀ ਦੇ ਪਿੰਡ ਭੰਬੌਰ ਵੱਲ ਨੂੰ। ਫਿਰ ਸੱਸੀ ਵੱਲ ਮੁੜਿਆ, ਫਿਰ ਸੱਸੀ ਦੇ ਵੱਲ ਨੂੰ ਉਹ ਤੁਰ ਪੈਂਦਾ ਹੈ। ਆਵਣ ਮੁੜਨ ਭਰਾਓ ਨਾ ਦਿੰਦੇ ਊਠ ਮਹਾਰੋਂ ਫੜਿਆ। ਪਰ ਉਸ ਦੇ ਭਰਾ ਉਸ ਨੂੰ ਵਾਪਸ ਮੁੜਨ ਨਹੀਂ ਦਿੰਦੇ ਔਰ ਉਹਨਾਂ ਨੇ ਆ ਕੇ ਊਠ ਦੀਆਂ ਮੁਹਾਰਾਂ ਨੂੰ ਭਾਵ ਲਗਾਮ ਜਿਹੜੀ ਹੈ ਉਸ ਨੂੰ ਫੜ ਲਿਆ, ਉਸ ਨੂੰ ਰੋਕਣ ਦੇ ਲਈ। ਤੈਂ ਬਿਨ ਬਾਪ ਹੋਇਆ ਨਾਬੀਨਾ ਕੂਕੇ ਸੜਿਆ। ਅਤੇ ਉਸ ਨੂੰ ਵਾਸਤਾ ਪਾ ਰਹੇ ਨੇ, ਕਹਿ ਰਹੇ ਹਨ ਕਿ ਤੈਂ ਬਿਨ ਹੇ ਪੁੰਨੂ, ਤੇਰੇ ਤੋਂ ਬਿਨਾਂ ਆਪਣਾ ਬਾਪ ਭਾਵ ਪਿਤਾ ਜੋ ਹੈ ਉਸ ਦੀਆਂ ਅੱਖਾਂ ਦਾ ਨੂਰ ਤੂੰ ਹੈ, ਭਾਵ ਤੇਰੇ ਤੋਂ ਬਿਨਾਂ ਜੋ ਹੈ ਉਸ ਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ। ਕੂਕੇ ਸੜਿਆ ਔਰ ਇੱਕੋ ਹੀ ਲਫ਼ਜ਼ ਉਸ ਦੇ ਮੂੰਹੋਂ ਨਿਕਲਦਾ ਹੈ ਕਿ ਉਹ ਤੇਰੇ ਵਿਛੋੜੇ ਦੇ ਦਰਦ ਨੂੰ ਨਾ ਸਹਾਰਦਾ ਹੋਇਆ ਮੌਤ ਕਿਨਾਰੇ ਪੁੱਜਿਆ ਹੋਇਆ ਹੈ। ਉਸ ਦੇ ਦਿਲ ਨੂੰ ਜੋ ਹੈ ਇੱਕ ਬਹੁਤ ਜੋ ਹੈ ਅਸ਼ਵੀ ਲੱਗੀ ਹੋਈ ਹੈ। ਹਾਸ਼ਮ ਵੇਖ ਮਹਲ ਕੇ ਚਮਦੇ ਭੀ ਮੁੜਿਆਵੀਂ ਅੜਿਆ ਚੜਿਆ। ਇਸ ਤਰ੍ਹਾਂ ਹਾਸ਼ਮ ਕਹਿ ਰਿਹਾ ਹੈ ਕਿ ਪੁੰਨੂ ਦੇ ਭਰਾ ਉਸ ਨੂੰ ਸਮਝਾ ਰਹੇ ਹਨ ਕਿ ਇੱਕ ਵਾਰੀ ਕੇਚਮ ਸ਼ਹਿਰ ਦੇ ਮਹੱਲਾਂ ਦੇ ਵਿੱਚ ਪੁੱਜ ਜਾ ਔਰ ਆਪਣੇ ਪਿਤਾ ਨੂੰ ਦੀਦਾਰ ਦੇ ਦੇ। ਇੱਕ ਵਾਰੀ ਉਸ ਨੂੰ ਦੀਦਾਰ ਦੇ ਦੇ, ਦਰਸ਼ਨ ਉਸ ਦੇ ਕਰਕੇ ਵਾਪਸ ਭਾਵੇਂ ਤੂੰ ਘੋੜੇ ਤੋਂ ਊਠ ਤੋਂ ਉਤਰੀ ਵੀ ਨਾ, ਇਸੇ ਤਰ੍ਹਾਂ ਚੜ੍ਹਾਇਆ ਵਾਪਸ ਪਰਤ ਆਵੀਂ। ਬਹੁਤ ਲਾਚਾਰ ਹੋਇਆ ਸ਼ਹਿਜ਼ਾਦਾ ਖਿੱਚੀ ਪਕੜ ਕਟਾਰੀ। ਅੰਤ ਜੋ ਹੈ ਪੁੰਨੂ ਜਦੋਂ ਲਾਚਾਰ ਹੋ ਜਾਂਦਾ ਹੈ, ਬਹੁਤ ਜ਼ਿਆਦਾ ਇੰਨਾ ਵਿਆਕੁਲ ਹੋ ਜਾਂਦਾ ਹੈ ਕਿ ਉਸ ਦੇ ਭਰਾ ਜਦੋਂ ਉਸ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਜਾਂ ਉਸ ਨੂੰ ਵਾਪਸ ਆਉਣ ਤੋਂ ਮਨ੍ਹਾ ਕਰਦੇ ਹਨ, ਤਾਂ ਉਹ ਆਪਣੀ ਜੋ ਕਟਾਰ ਹੈ
ਭਾਵ ਮਿਆਨ ਦੇ ਵਿੱਚੋਂ ਕਿਰਪਾਨ ਖਿੱਚ ਕੇ ਬਾਹਰ ਕੱਢ ਲੈਂਦਾ ਹੈ। ਜਿਸ ਦੀ ਚਮਕ ਲੱਗੀ ਜਿੰਦ ਜਾਵੇ ਸੋ ਜਮ ਰੂਪ ਦੁਤਾਰੀ। ਕਵੀ ਕਹਿ ਰਿਹਾ ਕਿ ਉਸ ਕਟਾਰ ਦੀ ਇੰਨੀ ਚਮਕ ਹੈ ਕਿ ਜਿਸ ਨੂੰ ਉਹ ਲੱਗ ਜਾਵੇਗੀ, ਭਾਵ ਜਿਸ ਨੂੰ ਉਹ ਤਲਵਾਰ ਵੱਜ ਗਈ ਉਸ ਦੀ ਜਿੰਦ ਪ੍ਰਾਣ ਉੱਡ ਜਾਣਗੇ। ਸੋ ਜਮ ਰੂਪ ਦੁਤਾਰੀ, ਭਾਵ ਇੱਕ ਤਰ੍ਹਾਂ ਦੇ ਨਾਲ ਉਹ ਜਮ ਦਾ ਰੂਪ ਹੈ, ਉਹ ਕਿਰਪਾਨ ਜੋ ਉਸਨੇ ਹੱਥਾਂ ਦੇ ਵਿੱਚ ਫੜ ਲਈ ਹੈ। ਛੱਡ ਮੁਹਾਰ ਦਿੱਤੀ ਡਰ ਪਾਈਆਂ, ਛੱਡ ਮੁਹਾਰ ਦਿੱਤੀ ਤਦ ਪਾਈਆਂ, ਡਰਦਿਆਂ ਜਾਨ ਪਿਆਰੀ। ਇਸ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਉਸਦੇ ਭਰਾ ਹਾਸ਼ਮ ਦੇ ਪੁੰਨੂੰ ਦੇ ਭਰਾ ਜਿਹੜੇ ਹਨ ਉਹ ਅਚਾਨਕ ਉਸਦੇ ਹੱਥ ਦੇ ਵਿੱਚ ਫੜੀ ਕਿਰਪਾਨ ਨੂੰ ਵੇਖ ਕੇ ਇੰਨਾ ਡਰ ਜਾਂਦੇ ਹਨ ਕਿ ਡਰ ਕੇ ਉਹਨਾਂ ਨੇ ਊਠ ਦੀਆਂ ਮੁਹਾਰਾਂ ਜਿਹੜੀਆਂ ਨੇ ਲਗਾਮ ਉਹ ਛੱਡ ਦਿੱਤੀਆਂ ਹਨ ਢਿੱਲੀਆਂ। ਡਰਦਿਆਂ ਜਾਨ ਪਿਆਰੀ, ਕਿਉਂਕਿ ਉਹਨਾਂ ਨੂੰ ਆਪਣੀ ਜਾਨ, ਭਾਵ ਇੰਨਾ ਡਰ ਲੱਗਿਆ ਕਿ ਕਿਤੇ ਉਹ ਉਸ ਕਟਾਰ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਹੀ ਨਾ ਉਤਾਰ ਦੇਵੇ। ਹਾਸ਼ਮ ਕੌਣ ਫੜੇ ਜਿੰਦਬਾਜ਼ਾਂ ਜਿਨ੍ਹਾਂ ਜਾਨ ਇਸ਼ਕ ਵਿੱਚ ਹਾਰੀ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਉਹ ਜਿੰਦਬਾਜ਼ ਭਾਵ ਜਿੰਦਾ ਦਿਲ ਮਨੁੱਖ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਸੱਚਾ ਸੁੱਚਾ ਪ੍ਰੇਮ ਕਮਾਇਆ ਹੈ, ਉਹਨਾਂ ਦੇ ਪ੍ਰੇਮ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਖੜੀ ਨਹੀਂ ਕਰ ਸਕਦਾ, ਕੋਈ ਰੁਕਾਵਟ ਬਣ ਕੇ ਖੜਾ ਨਹੀਂ ਹੋ ਸਕਦਾ। ਹਾਸ਼ਮ ਕੌਣ ਫੜੇ ਜਿੰਦਬਾਜ਼ਾਂ, ਔਰ ਉਹਨਾਂ ਨੂੰ ਫੜ ਕੇ ਰੋਕਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਿਹਨਾਂ ਨੂੰ? ਜਿਨ੍ਹਾਂ ਜਾਨ ਇਸ਼ਕ ਵਿੱਚ ਹਾਰੀ, ਜਿਨ੍ਹਾਂ ਨੇ ਸੱਚੇ ਸੁੱਚੇ ਪ੍ਰੇਮ ਦੇ ਵਿੱਚ ਆਪਣੇ ਪ੍ਰਾਣਾਂ ਦੀ ਬਾਜੀ ਲਾਉਣ ਦਾ ਸੰਕਲਪ ਲਿਆ ਹੁੰਦਾ ਹੈ। ਸ਼ਾਬਾਸ਼ ਉਸ ਕਰਹੇ ਦੇ ਤੁਰਨੇ ਤੇਜ਼ ਧਰੇ ਪੱਗ ਤੀਰੋਂ। ਅਤੇ ਉਸੇ ਵਕਤ ਪੁੰਨੂੰ ਆਪਣੇ ਜੋ ਕਰਹਾ ਹੈ, ਭਾਵ ਉਹ ਊਠ ਜਾਂ ਉਹ ਡਾਚੀ ਜੋ ਹੈ ਉਸ ਨੂੰ ਲੈ ਕੇ ਜਦੋਂ ਸੱਸੀ ਵੱਲ ਨੂੰ ਤੁਰਦਾ ਹੈ ਤਾਂ ਉਹ ਡਾਚੀ ਜਿਹੜੀ ਹੈ ਬੜੀ ਤੇਜ਼ ਚਾਲ ਦੇ ਨਾਲ ਤੁਰਦੀ ਹੋਈ ਉਸ ਨੂੰ ਆਪਣੀ ਮੰਜ਼ਿਲ ਵੱਲ ਨੂੰ ਲੈ ਕੇ ਆ ਰਹੀ ਹੈ। ਕਵੀ ਕਹਿ ਰਿਹਾ ਹੈ ਕਿ ਪੁੰਨੂੰ ਉਸ ਨੂੰ ਸ਼ਾਬਾਸ਼, ਭਾਵ ਉਸਦੀ ਜੋ ਹੈ ਕੰਡ ਥਾਪੜਦਾ ਹੈ, ਉਸਦੀ ਤੋਰ 'ਤੇ, ਭਾਵ ਉਸਦੀ ਤੇਜ਼ ਗਤੀ ਦੇ ਤੋਂ ਉੱਤੇ ਬਲਿਹਾਰੇ ਜਾ ਰਿਹਾ ਹੈ, ਜਿਹੜੀ ਆਪਣੇ ਮਾਲਕ ਦੀ ਮਨ ਦੀ ਸਥਿਤੀ ਨੂੰ ਸਮਝਦਿਆਂ ਹੋਇਆਂ ਤੇਜ਼ ਧਰੇ ਪੱਗ ਤੀਰੋਂ, ਇੱਥੋਂ ਤੱਕ ਕਿ ਆਪਣੇ ਕਦਮਾਂ ਦੇ ਵਿੱਚ ਉਸਨੇ ਤੀਰ ਨਾਲੋਂ ਵੀ ਤੇਜ਼ੀ ਲੈ ਆਂਦੀ ਹੈ। ਬਹੁਤਾ ਆਏ ਸੱਸੀ ਦੀ ਕਬਰੇ, ਬਹੁਤਾ ਭਾਵ ਪਹੁੰਚ ਗਿਆ ਕਿੱਥੇ? ਸੱਸੀ ਦੀ ਕਬਰ ਦੇ ਉੱਤੇ ਆਕਲ ਸ਼ੁਤਰ ਵਜ਼ੀਰੋਂ। ਔਰ ਉਹ ਡਾਚੀ ਜਿਹੜੀ ਹੈ ਜਾਂ ਉਹ ਉੱਥੇ ਪਹੁੰਚ ਗਈ ਹੈ, ਬਹੁਤਾ ਭਾਵ ਉੱਥੇ ਪੁੱਜ ਗਈ ਹੈ ਜਿੱਥੇ ਸੱਸੀ ਦੀ ਕਬਰ ਬਣੀ ਹੋਈ ਸੀ, ਕਿਉਂਕਿ ਆਕਲ ਸ਼ੁਤਰ ਵਜ਼ੀਰੋਂ ਇੱਕ ਅਕਲਮੰਦ ਜੋ ਵਜ਼ੀਰ ਹੁੰਦਾ ਹੈ ਉਸ ਨਾਲੋਂ ਵੀ ਵੱਧ ਉਹ ਸਮਝਦਾਰ ਹੈ, ਆਪਣੇ ਮਨ ਦੇ, ਆਪਣੇ ਮਾਲਕ ਦੇ ਮਨ ਦੀ ਰਜ਼ਾ ਨੂੰ ਸਮਝ ਰਹੀ ਹੈ, ਮਨ ਦੀ ਵੇਦਨਾ ਨੂੰ ਸਮਝ ਰਹੀ ਹੈ। ਇਸ ਲਈ ਉਸਨੇ ਉੱਥੇ ਆ ਕੇ ਆਪਣੇ ਕਦਮ ਰੋਕ ਲਏ ਹਨ ਜਿੱਥੇ ਸੱਸੀ ਦੀ ਕਬਰ ਪੁੱਟੀ ਹੋਈ ਸੀ। ਤਾਜੀ ਗੌਰ ਡਿੱਠੀ ਸ਼ਹਿਜ਼ਾਦੇ ਪੁੱਛਿਆ ਉਸ ਫਕੀਰੋਂ। ਜਦੋਂ ਸ਼ਹਿਜ਼ਾਦੇ ਪੁੰਨੂੰ ਨੇ ਉੱਥੇ ਮਰੁਸਥਲ ਦੇ ਵਿੱਚ ਇੱਕ ਨਵੀਂ ਤਾਜੀ ਬਣੀ ਹੋਈ ਗੌਰ ਭਾਵ ਕਬਰ ਦੇਖੀ, ਡਿੱਠੀ, ਪੁੱਛਿਆ ਉਸ ਫਕੀਰੋਂ, ਅਤੇ ਉਸ ਦੇ ਸਰਹਾਣੇ ਜੋ ਫਕੀਰੀ ਰੂਪ ਧਾਰਨ ਕਰੀ ਉਹ ਅਯਾਲੀ ਬੈਠਾ ਸੀ, ਉਸ ਨੂੰ ਪੁੱਛਿਆ ਕਿ ਹਾਸ਼ਮ ਕੌਣ ਬਜ਼ੁਰਗ ਸਮਾਣਾ ਵਾਕਿਫ ਕਰ ਇਸ ਪੀਰੋਂ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਪੁੰਨੂੰ ਉਸ ਫਕੀਰ ਨੂੰ ਪੁੱਛਦਾ ਹੈ ਕਿ ਕੌਣ ਇਸ ਕਬਰ ਦੇ ਵਿੱਚ ਕੋਈ ਬਜ਼ੁਰਗ ਜੋ ਹੈ ਸਮਾ ਗਿਆ ਹੈ ਜਾਂ ਕੋਈ ਉੱਚੀ ਸੁੱਚੀ ਹਸਤੀ ਸੀ, ਮੈਨੂੰ ਇਸ ਤੋਂ ਜਾਣੂ ਕਰਾ, ਕਿਉਂਕਿ ਇਹ ਕੋਈ ਪੀਰ ਫਕੀਰ ਸੀ, ਕੋਈ ਵਲੀ ਸੀ ਜਾਂ ਕੋਈ ਬਜ਼ੁਰਗ ਸੀ, ਕੌਣ ਇਸ ਕਬਰ ਦੇ ਵਿੱਚ ਸਮਾਇਆ ਹੈ, ਮੈਨੂੰ ਇਸ ਦੇ ਬਾਰੇ ਖੋਲ੍ਹ ਕੇ ਦੱਸ। ਆਖੀ ਉਸ ਫਕੀਰ ਪੁੰਨੂੰ ਨੂੰ ਖੋਲ੍ਹ ਹਕੀਕਤ ਸਾਰੀ, ਅਤੇ ਉਸ ਆਜੜੀ ਰੂਪੀ ਫਕੀਰ ਨੇ ਜੋ ਹੈ ਪੁੰਨੂੰ ਨੂੰ ਸਾਰੀ ਹਕੀਕਤ, ਸਾਰੀ ਕਹਾਣੀ, ਸਾਰੀ ਗੱਲ ਜਿਹੜੀ ਸੀ ਖੋਲ੍ਹ ਕੇ ਦੱਸ ਦਿੱਤੀ। ਆਹੀ ਨਾਰ ਪਰੀ ਦੀ ਸੂਰਤ ਗਰਮੀ ਮਾਰ ਉਤਾਰੀ। ਕੀ ਕਹਿ ਰਿਹਾ ਹੈ ਕਿ ਮਰੁਸਥਲ ਦੇ ਵਿੱਚ ਇੱਕ ਪਰੀਆਂ ਜਿਹੀ ਖੂਬਸੂਰਤ ਮੁਟਿਆਰ ਸੀ, ਬਹੁਤ ਖੂਬਸੂਰਤ ਸੂਰਤ ਸੀ ਉਸਦੀ, ਗਰਮੀ ਮਾਰ ਉਤਾਰੀ। ਔਰ ਇਸ ਗਰਮੀ ਨੂੰ ਨਾ ਸਹਿਣ ਕਰਦਿਆਂ ਹੋਇਆਂ ਮਰੁਸਥਲ ਦੇ ਵਿੱਚ ਉਹ ਆਪਣੇ ਪ੍ਰਾਣਾਂ ਦੀ ਬਾਜੀ ਲਾ ਗਈ ਹੈ। ਜਪਦੀ ਨਾਮ ਪੁੰਨੂੰ ਦਾ ਆਹੀ ਦਰਦ ਇਸ਼ਕ ਦੀ ਮਾਰੀ। ਕਵੀ ਕਹਿ ਰਿਹਾ ਕਿ ਕਿਸ ਤਰ੍ਹਾਂ ਆਜੜੀ ਰੂਪੀ ਫਕੀਰ ਜੋ ਹੈ ਪੁੰਨੂੰ ਨੂੰ ਸਾਰੀ ਹਕੀਕਤ ਖੋਲ੍ਹ ਕੇ ਦੱਸ ਰਿਹਾ ਹੈ
ਕਿ ਉਹ ਖੂਬਸੂਰਤ ਪਰੀਆਂ ਜਿਹੀ ਸੋਹਣੀ ਮੁਟਿਆਰ ਜਿਹੜੀ ਸੀ ਇਸ ਗਰਮੀ ਨੂੰ ਨਾ ਸਹਾਰਦਿਆਂ ਹੋਇਆਂ ਮੌਤ ਦੇ ਮੂੰਹ ਜਾ ਸਮਾਈ। ਜਪਦੀ ਨਾਮ ਪੁੰਨੂੰ ਦਾ ਆਹੀ, ਉਹ ਆਪਣੇ ਬੁੱਲ੍ਹਾਂ ਦੇ ਉੱਤੋਂ, ਹੋਠਾਂ ਦੇ ਉੱਤੋਂ ਨਿਰੰਤਰ ਪੁੰਨੂੰ ਪੁੰਨੂੰ ਪੁਕਾਰ ਰਹੀ ਸੀ। ਪੁੰਨੂੰ ਦੇ ਨਾਮ ਦਾ ਸਿਮਰਨ ਕਰ ਰਹੀ ਸੀ, ਆਰਾਧਨਾ ਕਰ ਰਹੀ ਸੀ, ਭਾਵ ਦਰਦ ਇਸ਼ਕ ਦੀ ਮਾਰੀ। ਲੱਗਦਾ ਹੈ ਕਿ ਉਹ ਇਸ਼ਕ ਦੇ ਦਰਦ ਨੂੰ ਨਾ ਸਹਾਰਦਿਆਂ ਹੋਇਆਂ, ਇਸ਼ਕ ਦੇ ਵਿਛੋੜੇ ਦੇ ਦਰਦ ਨੂੰ ਨਾ ਸਹਾਰਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਬਾਜੀ ਲਾ ਗਈ ਹੈ। ਹਾਸ਼ਮ ਥਾਉ ਮਕਾਨ ਨਾ ਜਾਣਾ, ਆਹੀ ਕੌਣ ਵਿਚਾਰੀ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਉਹ ਫਕੀਰ ਜੋ ਹੈ ਪੁੰਨੂੰ ਨੂੰ ਦੱਸਦਾ ਹੈ ਕਿ ਉਸ ਦੇ ਬਾਰੇ ਉਹ ਕਿੱਥੋਂ ਦੀ ਸੀ, ਕੌਣ ਸੀ, ਇਸ ਬਾਰੇ ਮੈਂ ਕੁਝ ਨਹੀਂ ਜਾਣਦਾ, ਉਸਦਾ ਥਾਂ ਪਤਾ ਟਿਕਾਣਾ ਕੁਝ ਨਹੀਂ ਮੈਨੂੰ ਪਤਾ ਕਿ ਉਹ ਵਿਚਾਰੀ ਕਿੱਥੋਂ ਦੀ ਰਹਿਣ ਵਾਲੀ ਸੀ। ਇੰਨਾ ਜ਼ਰੂਰ ਹੈ ਕਿ ਅੰਤਿਮ ਵੇਲੇ ਦੀ ਜੋ ਉਸਦੀ ਮੈਂ ਸਥਿਤੀ ਦੇਖੀ ਹੈ, ਜੋ ਹਾਲਤ ਦੇਖੀ ਹੈ, ਜੋ ਹਵਾਲਤ ਦੇਖੀ ਹੈ, ਉਸ ਨੂੰ ਦੇਖਦਿਆਂ ਹੋਇਆਂ ਮੈਂ ਕਹਿ ਸਕਦਾ ਹਾਂ ਕਿ ਉਹ ਇਸ਼ਕ ਦੇ ਦਰਦ ਨੂੰ ਨਾ ਸਹਾਰਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਬਾਜੀ ਲਾ ਗਈ ਹੈ। ਸੁਣ ਕੇ ਹੋਤ ਜਿਮੀ ਪੁਰ ਡਿੱਗਿਆ, ਖਾਏ ਕਲੇਜੇ ਕਾਨੀ। ਕਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਜਦ ਪੁੰਨੂੰ ਨੂੰ ਇਸ ਹਕੀਕਤ ਦਾ ਪਤਾ ਚੱਲਿਆ, ਇੱਥੇ ਕਵੀ ਨੇ ਲਗਭਗ ਸਾਰੀ ਹੀ ਜੋ ਇਹ ਰਚਨਾ ਹੈ ਕਿੱਸਾ ਪੁੰਨੂੰ, ਸੱਸੀ ਪੁੰਨੂੰ, ਇਸ ਦੇ ਵਿੱਚ ਦ੍ਰਿਸ਼ ਵਰਣਨ ਕੀਤਾ ਹੈ। ਜਿਵੇਂ ਦ੍ਰਿਸ਼ ਵਰਣਨ ਜੋ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਮਰੁਸਥਲ ਦੇ ਦ੍ਰਿਸ਼ ਘੁੰਮਣੇ ਸ਼ੁਰੂ ਹੋ ਗਏ ਹਨ ਕਿ ਸੁਣ ਕੇ ਹੋਤ ਜਿਮੀ ਪੁਰ ਡਿੱਗਿਆ, ਕਿ ਉਸੇ ਵਕਤ ਹੋਤ ਭਾਵ ਪੁੰਨੂੰ ਜੋ ਹੈ ਇਸ ਗੱਲ ਨੂੰ ਸੁਣ ਕੇ, ਇਸ ਹਕੀਕਤ ਨੂੰ ਸਮਝ ਕੇ ਉਸੇ ਵਕਤ ਉਹ ਵੀ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਜਾਂਦਾ ਹੈ। ਖਾਏ ਕਲੇਜੇ ਕਾਨੀ, ਕਿਉਂਕਿ ਇਸ ਤਰ੍ਹਾਂ ਲੱਗਿਆ ਹੈ ਜਿਵੇਂ ਉਸ ਔਰਤ ਦੀ ਕਹਾਣੀ ਦੱਸ ਕੇ ਫਕੀਰ ਨੇ ਉਸਦੇ ਕਾਲਜੇ ਦੇ ਵਿੱਚ ਕੋਈ ਤੀਰ ਮਾਰ ਦਿੱਤਾ ਹੋਵੇ। ਖੁੱਲ੍ਹ ਗਈ ਗੌਰ ਪਿਆ ਵਿੱਚ ਕਬਰੇ, ਫੇਰ ਮਿਲੇ ਦਿਲ ਜਾਨੀ। ਅਤੇ ਉਹ ਕਬਰ ਖੁੱਲ੍ਹ ਜਾਂਦੀ ਹੈ, ਖੁੱਲ੍ਹ ਗਈ ਗੌਰ ਪਿਆ ਵਿੱਚ ਕਬਰੇ, ਉਹ ਗੌਰ ਖੁੱਲ੍ਹ ਜਾਂਦੀ ਹੈ ਅਤੇ ਉਸ ਦੇ ਵਿੱਚ ਹੀ ਉਹ ਵੀ ਡਿੱਗ ਪੈਂਦਾ ਹੈ। ਫੇਰ ਮਿਲੇ ਦਿਲ ਜਾਨੀ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਚਾਨਕ ਜੋ ਹੈ ਕਿ ਉਹ ਕਬਰ ਧਰਤੀ ਫਟ ਗਈ ਜਾਂ ਕਬਰ ਖੁੱਲ੍ਹ ਗਈ ਔਰ ਪੁੰਨੂੰ ਉਸ ਦੇ ਵਿੱਚ ਸਮਾ ਗਿਆ। ਭਾਵ ਉਸ ਆਜੜੀ ਨੇ ਜਦ ਮਹਿਸੂਸ ਕੀਤਾ ਕਿ ਜਿਸ ਪੁੰਨੂੰ ਦੀ ਪੁਕਾਰ ਜੋ ਹੈ ਸੱਸੀ ਦੇ ਮੂੰਹੋਂ ਨਿਰੰਤਰ ਸੁਣ ਰਿਹਾ ਸੀ, ਇਹ ਉਹੀ ਪੁੰਨੂੰ ਹੈ। ਜਦ ਉਸ ਨੂੰ ਹਕੀਕਤ ਦਾ ਪਤਾ ਚੱਲਦਾ ਹੈ ਕਿ ਇਹ ਵੀ ਉਸ ਦੀ ਦਰਦ ਕਹਾਣੀ ਨੂੰ ਸੁਣ ਕੇ ਅਚਾਨਕ ਜੋ ਹੈ ਬੇਹੋਸ਼ ਹੋ ਗਿਆ ਹੈ ਔਰ ਪ੍ਰਾਣ ਤਿਆਗ ਦਿੱਤੇ ਹਨ, ਤਾਂ ਉਸ ਫਕੀਰ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਹ ਤਾਂ ਸੱਚੀਆਂ ਸੁੱਚੀਆਂ ਰੂਹਾਂ ਸਨ, ਇਹਨਾਂ ਦਾ ਰਿਸ਼ਤਾ ਦੁਨਿਆਵੀ ਨਹੀਂ ਬਲਕਿ ਇਹ ਕੋਈ ਰੱਬੀ ਆਸ਼ਿਕ ਸਨ। ਅਤੇ ਉਸ ਵੇਲੇ ਉਹ ਦੁਬਾਰਾ ਉਸੇ ਨਵੀਂ ਪੁੱਟੀ ਕਬਰ ਨੂੰ, ਗੌਰ ਨੂੰ ਖੋਲ੍ਹ ਕੇ ਉਸੇ ਦੇ ਵਿੱਚ ਪੁੰਨੂੰ ਨੂੰ ਦਫਨਾ ਕੇ ਉਸ ਕਬਰ ਦੇ ਉੱਪਰ ਮਿੱਟੀ ਪਾ ਜਾਂਦਾ ਹੈ। ਅਤੇ ਇਸ ਤਰ੍ਹਾਂ ਕਵੀ ਨੇ ਕਲਪਨਾ ਰਾਹੀਂ ਦੱਸਿਆ ਹੈ ਕਿ ਫੇਰ ਮਿਲੇ ਦਿਲ ਜਾਨੀ, ਕਿ ਜੋ ਸੱਸੀ ਅਤੇ ਪੁੰਨੂੰ ਇਸ ਸਮਾਜ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜੋ ਸੰਸਾਰਿਕ ਰੁਕਾਵਟਾਂ ਸਦਕਾ ਜਾਂ ਸੰਸਾਰਿਕ ਰੋਹ ਰੀਤਾਂ ਸਦਕਾ ਜਾਂ ਕੋਈ ਕੁਦਰਤੀ ਜੋ ਭਾਣਾ ਵਾਪਰਿਆ ਕਿ ਉਹਨਾਂ ਦੇ ਨਾਲ ਅਜਿਹਾ ਵਾਪਰਿਆ ਕਿ ਉਹ ਵਿਛੋੜੇ ਦੇ ਦਰਦ ਨੂੰ ਨਾ ਸਹਾਰਦਿਆਂ ਹੋਇਆਂ ਮੌਤ ਦੇ ਮੂੰਹ ਸਮਾ ਗਏ ਸਨ, ਅਤੇ ਮਰਨ ਤੋਂ ਬਾਅਦ ਜੋ ਹੈ ਉਹ ਇੱਕੋ ਹੀ ਕਬਰ ਦੇ ਵਿੱਚ ਸਮਾ ਜਾਂਦੇ ਹਨ। ਭਾਵ ਉਹਨਾਂ ਦਾ ਮੇਲ ਹੋ ਜਾਂਦਾ ਹੈ। ਖਾਤਰ ਇਸ਼ਕ ਗਈ ਰਲ ਮਾਟੀ, ਸੂਰਤ ਹੁਸਨ ਜਵਾਨੀ। ਇਸ ਤਰ੍ਹਾਂ ਕਵੀ ਹਾਸ਼ਮ ਸ਼ਾਹ ਨੇ ਕਿਹਾ ਹੈ ਕਿ ਇਸ ਧਰਤੀ ਦੇ ਉੱਤੇ ਜਿਉਂਦੇ ਜੀ ਮਨੁੱਖ ਦੀ ਕਦਰ ਨਾ ਕਰਨ ਵਾਲਾ ਜੋ ਨਜ਼ਰੀਆ ਹੈ ਮਾਨਵ ਦਾ, ਖਾਤਰ ਇਸ਼ਕ ਗਈ ਰਲ ਮਾਟੀ, ਉਸ ਇਸ਼ਕ ਦੀ ਖਾਤਰ ਜੋ ਹੈ ਸੱਚਾ ਸੁੱਚਾ ਪਵਿੱਤਰ ਰੂਹਾਂ ਦਾ ਰਿਸ਼ਤਾ ਜੋ ਹੈ ਉਸ ਦੀ ਖਾਤਰ ਸੂਰਤ ਹੁਸਨ ਅਤੇ ਜਵਾਨੀ ਅਤੇ ਹੁਸਨ ਅਤੇ ਦਾ ਜੋ ਮੁਜੱਸਮਾ ਸਨ, ਜੋ ਸੁਮੇਲ ਸਨ ਸੱਸੀ ਅਤੇ ਪੁੰਨੂੰ, ਉਹ ਇਸ ਸੰਸਾਰਿਕ ਜੋ ਪਰੰਪਰਾਵਾਂ ਨੇ, ਰੋਹ ਰੀਤਾਂ ਨੇ, ਮਾਨ ਮਰਿਆਦਾਵਾਂ ਨੇ, ਉਹਨਾਂ ਦਾ ਸ਼ਿਕਾਰ ਹੋ ਕੇ ਇਸ ਭਰੀ ਜਵਾਨੀ ਦੇ ਵਿੱਚ ਮੌਤ ਦੇ ਮੂੰਹ ਸਮਾ ਜਾਂਦੇ ਹਨ। ਹਾਸ਼ਮ ਇਸ਼ਕ ਬਲੋਚ ਸੱਸੀ ਦਾ, ਜੁਗ ਜੁਗ ਰਹਿ ਕਹਾਣੀ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਬਲੋਚਾਂ ਦੀ ਸੱਸੀ ਦਾ ਜੋ ਇਸ਼ਕ ਹੈ, ਭਾਵ ਜੋ ਸੱਚਾ ਸੁੱਚਾ ਪ੍ਰੇਮ ਹੈ, ਸੱਸੀ ਅਤੇ ਪੁੰਨੂੰ ਦਾ ਜੋ ਸੱਚਾ ਸੁੱਚਾ ਰਿਸ਼ਤਾ ਹੈ ਇਸ ਦੁਨੀਆ ਦੇ ਵਿੱਚ ਜੁਗਾਂ ਜੁਗਾਂ ਤੱਕ, ਜਦ ਤੱਕ ਇਹ ਦੁਨੀਆ ਹੈ ਤਦ ਤੱਕ
ਸੱਸੀ ਪੁੰਨੂ ਦੀ ਸੱਚੀ ਸੁੱਚੀ ਮੁਹੱਬਤ ਦਾ ਜੋ ਹੈ ਦੁਨੀਆ ਗੁਣਗਾਨ ਕਰਦੀ ਰਹੇਗੀ, ਉਸ ਨੂੰ ਸਿਮਰਦੀ ਰਹੇਗੀ, ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀ ਸੱਚੀ ਸੁੱਚੀ ਮੁਹੱਬਤ ਨੂੰ ਸਜਦਾ ਕਰਦੀ ਰਹੇਗੀ। ਇਸ ਤਰ੍ਹਾਂ ਹਾਸ਼ਮ ਸ਼ਾਹ ਨੇ ਲੋਕ ਮੁਹਾਵਰੇ ਵਾਲੀ ਭਾਸ਼ਾ ਦੇ ਵਿੱਚ ਸੱਸੀ ਪੁੰਨੂ ਦੀ ਪ੍ਰੀਤ ਗਾਥਾ ਨੂੰ ਜੋ ਹੈ ਸ਼ਬਦੀ ਜਾਮਾ ਪਹਿਨਾ ਕੇ ਸਾਹਿਤਕ ਰੂਪ ਦੇ ਵਿੱਚ ਇੱਕ ਬਹੁਤ ਹੀ ਉੱਚ ਭਾਵ ਉੱਚ ਪਾਏ ਦੀ ਰਚਨਾ ਦੀ ਸਿਰਜਣਾ ਕੀਤੀ ਹੈ, ਜੋ ਪਾਠਕਾਂ ਦੇ ਦਿਲਾਂ ਦੇ ਵਿੱਚ ਆਪਣਾ ਨਿਵੇਕਲਾ ਸਥਾਨ ਰੱਖਦੀ ਹੈ। ਔਰ ਇਸ ਦੇ ਨਾਲ ਹੀ ਸੱਸੀ ਪੁੰਨੂ ਦਾ ਕਿੱਸਾ ਜੋ BA ਭਾਗ ਦੂਜਾ ਦੇ ਸਿਲੇਬਸ ਦੇ ਵਿੱਚ ਲੱਗਿਆ ਹੋਇਆ ਹੈ, ਉਹ ਚੈਪਟਰ ਸੰਪੂਰਨ ਹੋ ਜਾਂਦਾ ਹੈ ਔਰ ਵਿਦਿਆਰਥੀਆਂ ਨੂੰ ਇਸ ਸੰਪੂਰਨ ਕਿੱਸੇ ਨੂੰ ਸੁਣਨ ਦੇ ਲਈ ਆਪਣਾ ਜੋ ਹੈ ਕੀਮਤੀ ਵਕਤ ਕੱਢ ਕੇ ਲਗਾਤਾਰ ਇਸ ਦੇ ਸਾਰੇ ਜੋ 8 ਭਾਗ ਬਣਾਏ ਹਨ ਉਹਨਾਂ ਨੂੰ ਸੁਣ ਕੇ ਇਸ ਕਿੱਸੇ ਨੂੰ ਸਮਝਣ ਦੇ ਵਿੱਚ ਆਪਣਾ ਸੁਣ ਕੇ ਹੋਤ ਜਿਮੀ ਪਰ ਡਿੱਗਿਆ ਖਾਏ ਕਲੇਜੇ ਕਾਨੀ। ਇਸ ਤਰ੍ਹਾਂ ਜਦ ਪੁੰਨੂ ਨੇ ਫਕੀਰ ਦੇ ਮੂੰਹੋਂ ਸੱਸੀ ਦੀ ਮੌਤ ਦੀ ਖਬਰ ਸੁਣੀ ਤਾਂ ਉਸੇ ਵਕਤ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਜਿਮੀ ਪਰ ਹੋਤ ਭਾਵ ਪੁੰਨੂ ਜੋ ਹੈ ਉਸੇ ਵਕਤ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ ਖਾਏ ਕਲੇਜੇ ਕਾਨੀ, ਕਿਉਂਕਿ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਦੇ ਕਾਲਜੇ ਨੂੰ ਕਿਸੇ ਨੇ ਤੀਰ ਦੇ ਨਾਲ ਵਿੰਨ੍ਹ ਦਿੱਤਾ ਹੋਵੇ, ਭਾਵ ਸੱਸੀ ਦੀ ਮੌਤ ਦੇ ਦਰਦ ਨੂੰ ਨਾ ਸਹਾਰਦਾ ਹੋਇਆ ਉਹ ਮੌਤ ਦੇ ਮੂੰਹ ਸਮਾ ਜਾਂਦਾ ਹੈ। ਖੁੱਲ੍ਹ ਗਈ ਗੌਰ ਪਿਆ ਵਿੱਚ ਕਬਰੇ ਫੇਰ ਮਿਲੇ ਦਿਲ ਜਾਨੀ। ਫਿਰ ਕਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਉਹੀ ਕਬਰ ਜੋ ਤਾਜ਼ੀ ਬਣੀ ਹੋਈ ਕਬਰ ਸੀ, ਉਸ ਅਯਾਲੀ ਰੂਪੀ ਫਕੀਰ ਨੇ ਉਸ ਕਬਰ ਦੇ ਵਿੱਚ ਹੀ ਉਸ ਕਬਰ ਨੂੰ ਖੋਲ੍ਹ ਕੇ ਜਾਂ ਪੁੱਟ ਕੇ ਉਸੇ ਦੇ ਵਿੱਚ ਹੀ ਪੁੰਨੂ ਨੂੰ ਦਫਨਾ ਦਿੱਤਾ। ਫਿਰ ਮਿਲੇ ਦਿਲ ਜਾਨੀ। ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਸੱਚੀ ਸੁੱਚੀ ਮੁਹੱਬਤ ਦੇ ਪ੍ਰਤੀਕ ਜੋ ਸਨ ਸੱਸੀ ਅਤੇ ਪੁੰਨੂ, ਜੋ ਜਿਉਂਦੇ ਜੀ ਨਹੀਂ ਮਿਲ ਸਕੇ ਪਰ ਮਰਨ ਤੋਂ ਬਾਅਦ ਜੋ ਹੈ ਕਬਰਾਂ ਦੇ ਵਿੱਚ ਉਹਨਾਂ ਦਾ ਮੇਲ ਹੁੰਦਾ ਹੈ। ਖਾਤਰ ਇਸ਼ਕ ਗਈ ਰਲ ਮਾਟੀ ਸੂਰਤ ਹੁਸਨ ਜਵਾਨੀ। ਇੱਥੇ ਕਵੀ ਨੇ ਇੱਕ ਬਹੁਤ ਵੱਡਾ ਵਿਅੰਗ ਵੀ ਕੀਤਾ ਹੈ, ਭਾਵ ਜੋ ਇਸ਼ਕ ਹੈ, ਜੋ ਪ੍ਰੇਮ ਹੈ, ਇਹ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਖੇੜਾ ਜਾਂ ਖੁਸ਼ੀਆਂ ਲਿਆਉਂਦਾ ਹੈ, ਹੁਲਾਸ ਬਖਸ਼ਦਾ ਹੈ, ਕਦੇ ਵੀ ਮਨੁੱਖ ਨੂੰ ਗੁੰਮਰਾਹ ਨਹੀਂ ਕਰਦਾ। ਸਿੱਧੇ ਰਸਤੇ 'ਤੇ ਸੱਚਾ ਸੁੱਚਾ ਇਸ਼ਕ ਜੋ ਹੈ ਉਹ ਸਿੱਧੇ ਰਸਤੇ 'ਤੇ ਤੁਰਨ ਦੀ ਪ੍ਰੇਰਨਾ ਦਿੰਦਾ ਹੈ। ਪਰ ਸਮਾਜਿਕ ਮਾਨ ਮਰਿਆਦਾਵਾਂ ਜੋ ਨੇ ਉਸ ਦੇ ਵਿੱਚ ਬੱਝਿਆ ਹੋਇਆ ਸੰਸਾਰ ਜੋ ਹੈ ਕਦੇ ਵੀ ਇਸ਼ਕ ਜਿਹੇ ਸੱਚੇ ਸੁੱਚੇ ਭਾਵਾਂ ਨੂੰ ਸਵੀਕਾਰ ਨਹੀਂ ਕਰਦਾ। ਅਤੇ ਇਸ਼ਕ ਦੀ ਖਾਤਰ ਜੋ ਹੈ ਖਾਤਰ ਇਸ਼ਕ ਗਈ ਰਲ ਮਾਟੀ, ਮਿੱਟੀ ਦੇ ਵਿੱਚ ਰਲ ਗਈ ਹੈ ਕਿ ਸੂਰਤ ਹੁਸਨ ਜਵਾਨੀ, ਖੂਬਸੂਰਤ ਅਤੇ ਹੁਸਨ ਦਾ ਮੁਜੱਸਮਾ ਜੋ ਸਨ ਜਵਾਨ ਪਾਕ ਪਵਿੱਤਰ ਰੂਹਾਂ ਸੱਸੀ ਅਤੇ ਪੁੰਨੂ ਜਿਹੜੀਆਂ ਨੇ ਮੌਤ ਦੇ ਮੂੰਹ ਸਮਾ ਜਾਂਦੀਆਂ ਨੇ, ਮਿੱਟੀ ਦੇ ਵਿੱਚ ਮਿਲ ਜਾਂਦੀਆਂ ਨੇ, ਭਾਵ ਕਬਰ ਦੇ ਵਿੱਚ ਸਮਾ ਜਾਂਦੀਆਂ ਨੇ। ਹਾਸ਼ਮ ਇਸ਼ਕ ਬਲੋਚ ਸੱਸੀ ਦਾ ਜੁਗ ਜੁਗ ਰਹਿਗ ਕਹਾਣੀ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਬਲੋਚਾਂ ਦੀ ਸੱਸੀ ਦਾ ਜੋ ਇਸ਼ਕ ਹੈ ਉਹ ਸੱਚਾ ਸੁੱਚਾ ਇਸ਼ਕ ਹੈ, ਇੰਨਾ ਪਵਿੱਤਰ ਹੈ ਕਿ ਜੁਗਾਂ ਜੁਗਾਂ ਤੱਕ ਉਹਨਾਂ ਦਾ ਪਿਆਰ ਜੋ ਹੈ ਉਹ ਮਨੁੱਖਤਾ ਦੇ ਸਿਰ ਚੜ੍ਹ ਕੇ ਬੋਲਦਾ ਰਹੇਗਾ। ਉਹਨਾਂ ਦੀਆਂ ਜੋ ਕਹਾਣੀਆਂ ਹਨ, ਉਹਨਾਂ ਦੇ ਪਿਆਰ ਦੇ ਜੋ ਕਿੱਸੇ ਹਨ, ਪ੍ਰੇਮ ਦੇ ਕਿੱਸੇ ਜਿਹੜੇ ਹਨ ਉਹ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਗੇ। ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ, ਇਸ ਕਿੱਸੇ ਦੇ ਵਿੱਚ ਹਾਸ਼ਮ ਸ਼ਾਹ ਨੇ ਸੱਸੀ ਪੁੰਨੂ ਦੇ ਪ੍ਰੇਮ ਦੇ ਰਾਹੀਂ ਮਨੁੱਖੀ ਪ੍ਰੇਮ ਦੀਆਂ ਭਾਵਨਾਵਾਂ ਨੂੰ ਜੋ ਹੈ ਬੜੀ ਹੀ ਸਰਲ ਅਤੇ ਸਪਸ਼ਟ ਅਤੇ ਲੋਕ ਮੁਹਾਵਰੇ ਵਾਲੀ ਸ਼ੈਲੀ ਦੇ ਵਿੱਚ ਬਿਆਨ ਕੀਤਾ ਹੈ। ਉਮੀਦ ਹੈ ਕਿ ਇਹ ਚਰਚਾ ਜੋ ਹੈ ਇਹ ਵੀਡੀਓ ਸਾਹਿਤਕ ਸੱਥ ਚੈਨਲ ਦੁਆਰਾ ਜੋ ਅਪਲੋਡ ਕੀਤੇ ਜਾ ਰਹੇ ਹਨ ਤੁਹਾਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਸਮਝ ਆ ਰਹੇ ਹੋਣਗੇ। ਔਰ ਇਹ 8ਵਾਂ ਭਾਗ ਜੋ ਸੀ ਅੱਜ ਦਾ ਅੰਤਿਮ ਵੀਡੀਓ ਹੈ, ਜਿਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ ਪਿਛਲਾ 7ਵਾਂ ਭਾਗ ਐਡ ਕਰ ਦਿੱਤਾ ਹੈ। ਜੋ ਵਿਦਿਆਰਥੀ ਨਵੇਂ ਜੁੜੇ ਹਨ ਇਸ ਚੈਨਲ ਦੇ ਨਾਲ, ਉਹ ਪਿਛਲੀਆਂ ਵੀਡੀਓਜ਼ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਔਰ
ਬੈਲ ਦਾ ਬਟਨ ਦਬਾਉਣਾ ਨਾ ਭੁੱਲਣ, ਤਾਂ ਜੋ ਅਪਕਮਿੰਗ ਵੀਡੀਓਜ਼ ਜਦੋਂ ਵੀ ਅਸੀਂ ਇਸ ਚੈਨਲ 'ਤੇ ਅਪਲੋਡ ਕਰਾਂਗੇ ਤੁਹਾਡੇ ਤੱਕ ਨਾਲ ਦੀ ਨਾਲ ਉਹਨਾਂ ਦੀ ਸੂਚਨਾ ਪੁੱਜਦੀ ਰਹੇ। ਹੁਣ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।